ਦਸਤਾਵੇਜ਼ ਚੈਨਲ ਦੇ ਨਾਲ ਜੁੜੇ ਦੇਸ਼ ਵਿਦੇਸ਼ ਦੇ ਸਾਡੇ ਰੱਬ ਵਰਗੇ ਸਰੋਤਿਆਂ ਨੂੰ ਮੈਂ ਦੀਪ ਦਵਿੰਦਰ ਸਿੰਘ ਗੁਰੂ ਨਗਰੀ ਅੰਮ੍ਰਿਤਸਰ ਤੋਂ ਤੁਹਾਡਾ ਸਭ ਦਾ ਕਰਦੇ ਹਾਂ ਸਵਾਗਤ। ਤੇ ਤੁਹਾਡੇ ਰੂਬਰੂ ਹੈ ਅੱਜ ਮੈਂ ਆਪਣੀ ਨਵੀਂ ਕਹਾਣੀ ਲੈ ਕੇ ਪੇਸ਼ ਹਾਂ, ਰੁੱਤ ਫਿਰੀ ਵਣ ਕੰਬਿਆ। ਰੁੱਤ ਫਿਰੀ ਵਣ ਕੰਬਿਆ। ਬੀਬੀ ਦੇ ਮੱਠਾ ਮੱਠਾ ਹੂੰਗਣ ਦੀ ਆਵਾਜ਼ ਸਾਰੀ ਰਾਤ ਮੇਰੇ ਕੰਨਾਂ 'ਚ ਪੈਂਦੀ ਰਹੀ ਹੈ। ਹੁਣ ਤੱਕ ਕਈ ਵਾਰ ਕੰਧ ਵੱਲ ਪਾਸਾ ਪਰਤ ਕੇ ਤੇ ਕਈ ਵਾਰੀ ਮੂੰਹ ਸਿਰ ਵਲੇਟ ਕੇ ਵੀ ਸੌਣ ਦਾ ਯਤਨ ਕਰਦਾ ਰਿਹਾ। ਕਦੀ ਕਦੀ ਥੋੜ੍ਹੀ ਜਿਹੀ ਅੱਖ ਲੱਗਦੀ ਵੀ ਸੀ, ਫਿਰ ਅੱਬੜਵਾਏ ਉੱਠ ਬੈਠਦਾ। ਉੱਪਰਲੇ ਲੀੜੇ ਨੂੰ ਪਾਸੇ ਕਰਕੇ ਲਾਗਲੇ ਕਮਰੇ 'ਚ ਲੇਟੀ ਬੀਬੀ ਨੂੰ ਵੇਖਣ ਚਲਾ ਜਾਂਦਾ ਸਾਂ। ਬੈੱਡ ਦੀ ਢੋਹ ਨਾਲ ਸਿਰਹਾਣੇ 'ਤੇ ਸਿਰ ਟਿਕਾ ਕੇ ਅੱਧ ਲੇਟੀ ਬੀਬੀ ਦੇ ਥੋੜ੍ਹਾ ਵਿੰਗੇ ਹੋ ਗਏ ਮੂੰਹ 'ਚੋਂ ਵਗਦੇ ਪਾਣੀ ਨੂੰ ਮੈਂ ਕੋਲ ਪਏ ਤੌਲੀਏ ਨਾਲ ਸਾਫ਼ ਕਰਨਾ। ਉੱਪਰਲੇ ਕੰਬਲ ਨੂੰ ਖਿੱਚ ਕੇ ਛਾਤੀ ਤੱਕ ਕਰਦਿਆਂ ਉਹਦਾ ਮੱਥਾ ਟੋਹ ਕੇ ਵੇਖਣਾ। ਪਹਿਲੇ ਵੇਲੇ ਤਾਂ ਮੱਥਾ ਭਖਦਾ ਜਿਹਾ ਰਿਹਾ ਸੀ, ਪਰ ਹੁਣ ਤਾਪ ਲੈ ਗਿਆ ਲੱਗਦਾ। ਤਾਂ ਹੀ ਸਰੀਰ ਠੰਡਾ ਠਾਰ ਹੋਇਆ ਪਿਆ ਅਤੇ ਬੀਬੀ ਦੇ ਮੱਥੇ ਦੇ ਨਾਲ ਹੱਥਾਂ ਦੀਆਂ ਤੜੀਆਂ ਵੀ ਸਿੱਲੀਆਂ ਜਿਹੀਆਂ ਨੇ। ਮੈਂ ਟਿਕੀ ਲਗਾ ਕੇ ਬੀਬੀ ਦੇ ਚਿਹਰੇ ਵੱਲ ਵੇਖਦਾ। ਉਹਦੇ ਦੁੱਧ ਚਿੱਟੇ ਨਿੱਕੇ ਨਿੱਕੇ ਵਾਲ ਇੱਕ ਦੂਜੇ 'ਚ ਉਲਝੇ ਅਤੇ ਖਿੰਡਰੇ ਪੁੰਡਰੇ ਜਿਹੇ ਵਿਖਾਈ ਦਿੰਦੇ ਹਨ। ਕਦੀ ਕਦੀ ਉਹ ਆਪਣੇ ਕਮਜ਼ੋਰ ਜਿਹੇ ਸੱਜੇ ਹੱਥ ਨਾਲ ਸਹਿਜ ਖਿੰਦਰੇ ਵਾਲਾਂ ਨੂੰ ਸਵਾਰਨ ਦਾ ਯਤਨ ਕਰਦੀ ਹੈ। ਇਸ ਤਰ੍ਹਾਂ ਨਿਢਾਲ ਪਈ ਬੀਬੀ ਨੂੰ ਵੇਖਦਿਆਂ ਸੋਚਦਾ ਹੈ ਕਿ ਹਫ਼ਤਾ ਪਹਿਲਾਂ ਬੀਬੀ ਵੀ ਤਾਂ ਰਾਜੀ ਖੁਸ਼ੀ ਸੀ, ਘਰ ਦੇ ਨਿੱਕੇ ਮੋਟੇ ਕੰਮਾਂ 'ਚ ਰੁੱਝੀ ਰਹਿੰਦੀ ਸੀ ਸਾਰਾ ਦਿਨ। ਉਸ ਦਿਨ ਮੇਰੇ ਲਾਗੇ ਬੈਠਿਆਂ ਗੱਲਾਂ ਸੁਣਦੀ ਧੜਮ ਕਰਕੇ ਮੂਧੜੇ ਮੂੰਹ ਜਾ ਡਿੱਗੀ ਸੀ ਅਤੇ ਬੀਬੀ ਦਾ ਇੱਕ ਪਾਸਾ ਕੰਬਲ ਲੱਗਿਆ ਸੀ, ਨਾਲ ਹੀ ਹੱਥਾਂ ਪੈਰਾਂ ਦੇ ਕੁੰਡ ਮੁੜ ਗਏ ਸਨ। ਕਈ ਦਿਨ ਹਸਪਤਾਲਾਂ ਦੇ ਧੱਕੇ ਥੋੜੇ ਖਾਧੇ। ਵੱਡੇ ਡਾਕਟਰ ਨੇ ਆਪਣੇ ਕਮਰੇ 'ਚ ਬੁਲਾ ਕੇ ਦੱਸਿਆ ਸੀ ਕਿ ਮਾਤਾ ਨੂੰ ਅਧਰੰਗ ਦਾ ਦੌਰਾ ਪਿਆ ਹੈ। ਰਿਪੋਰਟ 'ਚ ਸਾਫ਼ ਦੀਦਾ ਕਿ ਇਹਨਾਂ ਦੇ ਦਿਮਾਗ ਦੀ ਨਸ 'ਚ ਕਲੌਟ ਅਟਕ ਗਿਆ, ਜਿਸ ਨਾਲ ਖੱਬੇ ਪਾਸੇ ਵਾਲੀ ਲੱਤ ਬਾਂਹ ਅਤੇ ਚਵਾੜੇ ਦੇ ਅਸਰ ਹੋਇਆ। ਜਦੋਂ ਤੱਕ ਕੁਝ ਬੋਲਦੇ ਚੱਲਦੇ ਨਹੀਂ, ਉਦੋਂ ਤੱਕ ਜ਼ੁਬਾਨ ਬਾਰੇ ਵੀ ਕੁਝ ਨਹੀਂ ਕਿਹਾ ਜਾ ਸਕਦਾ। ਮੈਂ ਹੁਣ ਮੰਨੇ ਜੇ ਮਨ ਨਾਲ ਦੱਸਦਾ ਕਿ ਬੋਲਦੇ ਚੱਲਦਾ ਕਿ ਬੀਬੀ ਤਾਂ ਜਨਮ ਤੋਂ ਹੀ ਕੁਝ ਨਹੀਂ ਸੀ ਬੋਲਦੀ, ਅਤੇ ਨਾਲ ਹੀ ਬੇਜ਼ੁਬਾਨੀ ਬੀਬੀ ਦਾ ਚਿਹਰਾ ਮੇਰੀਆਂ ਅੱਖਾਂ ਅੱਗਿਓਂ ਦੀ ਗੁਜ਼ਰਦਾ ਹੈ। ਜਦ ਦੀ ਹੋਸ਼ ਸੰਭਾਲੀ ਹੈ, ਬੀਬੀ ਨੂੰ ਹੱਥਾਂ ਦੇ ਇਸ਼ਾਰਿਆਂ ਨਾਲ ਹੀ ਸਮਝਾਉਂਦੇ ਵੇਖਿਆ। ਮੈਂ ਤਾਂ ਇਹਦੇ ਲਹੂ ਮਾਸਤਾ ਹਿੱਸਾ, ਇਹਦੀ ਗੋਦੀ 'ਚ ਖੇਡਿਆ ਪਲਿਆ ਅਤੇ ਜਵਾਨ ਹੋਇਆ। ਬੇਸ਼ੱਕ ਬੀਬੀ ਆਪ ਕੁਝ ਵੀ ਨਹੀਂ ਸੀ ਬੋਲਦੀ, ਪਰ ਮੈਂ ਇਸੇ ਤੋਂ ਹੀ ਬੋਲਣਾ ਸਿੱਖਿਆ। ਬੀਬੀ ਕੀ ਕਹਿਣਾ ਚਾਹੁੰਦੀ ਹੈ ਉਹਦੀਆਂ ਅੱਖਾਂ ਤੋਂ ਹੀ ਸਮਝ ਜਾਂਦਾ। ਜੇ ਮੇਰੇ ਤੋਂ ਛੋਟੇ ਹੁੰਦਿਆਂ ਖੰਡ ਮੰਗਵਾਉਂਦੀ ਸੀ ਤਾਂ ਮੈਨੂੰ ਕਦੇ ਵੀ ਖੰਡ ਦੀ ਥਾਂ ਲੂਣ ਲਿਆਉਣ ਦਾ ਭੁਲੇਖਾ ਨਹੀਂ ਸੀ ਲੱਗਿਆ। ਇਹਦੀ ਚੁੱਪ ਦੀ ਅਤੇ ਇਹਦੀ ਚੀਖਣ ਦੀ ਭਾਸ਼ਾ ਨੂੰ ਮੈਂ ਚੰਗੀ ਤਰ੍ਹਾਂ ਸਮਝਦਾ। ਲੋਕ ਬੀਬੀ ਮੇਰੀ ਨੂੰ ਤਾਰੋ ਗੂੰਗੀ ਕਹਿੰਦੇ ਨੇ। ਪਹਿਲਾਂ ਤਾਂ ਜਿਹਦੇ ਮੂੰਹ ਮੈਂ ਬੀਬੀ ਨੂੰ ਗੂੰਗੀ ਕਹਿੰਦਿਆਂ ਸੁਣਦਾ ਸਾਂ ਅਤੇ ਪੱਥਰ ਮਾਰ ਕੇ ਸਿਰ ਪਾੜਨ ਨੂੰ ਦਿਲ ਕਰਦਾ ਸੀ ਉਹਦਾ। ਹੁਣ ਨਹੀਂ ਗੁੱਸਾ ਆਉਂਦਾ। ਦਿਲ ਨੂੰ ਸਮਝਾ ਲਿਆ ਆਪਾਂ ਕਿ ਜਿਵੇਂ ਆਪਣੀ ਤਾਈ ਭਜਨ ਕੌਰ ਹੈ ਜਾਂ ਉਹ ਹੱਟੀ ਵਾਲੇ ਗਣੇਸ਼ ਦੀ ਝਾਈ ਕਾਂਤਾ ਰਾਣੀ ਹੈ, ਉਵੇਂ ਹੀ ਤਾਂ ਆਪਣੀ ਬੀਬੀ ਤਾਰੋ ਗੂੰਗੀ। ਮੈਂ ਵੇਖਦਾ ਹਾਂ ਕਿ ਬੀਬੀ ਥੋੜ੍ਹਾ ਟਿਕਾ 'ਚ ਆ ਗਈ ਲੱਗਦੀ ਹੈ। ਜ਼ਿੰਦਗੀ ਦੇ ਉਬੜ ਖਾਬੜ ਪੈਂਡਿਆਂ 'ਤੇ ਵਾਪਰੀਆਂ ਘਟਨਾਵਾਂ ਨੂੰ ਕਿਸੇ ਸਿਰੇ ਤੋਂ ਫੜਨ ਦੀ ਕੋਸ਼ਿਸ਼ ਕਰਦਿਆਂ ਮੈਨੂੰ ਯਾਦ ਆਉਂਦਾ ਹੈ ਕਿ ਮੈਂ 5-6 ਵਰ੍ਹਿਆਂ ਦੇ ਨੇ ਬੀਬੀ ਦੇ ਪਿੱਛੇ ਇਸ ਵਿਹੜੇ 'ਚ ਪੈਰ ਧਰਿਆ ਸੀ, ਬੁੱਟਰਾਂ ਵਾਲੇ ਗੁਲਜ਼ਾਰੀ ਦੇ ਨਾਲ। ਗੁਲਜ਼ਾਰੀ ਆਪ ਤਾਂ ਸਾਨੂੰ ਸੁੱਤਿਆਂ ਛੱਡ ਕਿਤੇ ਮੂੰਹ ਹਨੇਰੇ ਹੀ ਤੁਰ ਗਿਆ ਸੀ। ਘਰ 'ਚ ਵੱਡੀ ਬੇਬੇ ਸੀ ਅਤੇ ਇੱਕ ਉਹਦਾ ਮੁੰਡਾ, ਜਿਹੜਾ ਕਾਗਜ਼ਾਂ 'ਚ ਮੇਰਾ ਪਿਓ ਬਣ ਗਿਆ ਸੀ। ਬੀਬੀ ਪਹਿਲੇ ਦਿਨ ਹੀ ਸਵਖਤੇ ਉੱਠ ਖਲੋਤੀ ਸੀ। ਚੁੱਲ੍ਹੇ ਅੱਗ ਬਾਲ ਉਹਨੇ ਉੱਪਰ ਚਾਹ ਵੀ ਧਰ ਦਿੱਤੀ ਸੀ। ਬੇਬੇ ਭਾਪੇ ਦੇ ਕੰਨ ਲਾਗੇ ਮੂੰਹ ਕਰਕੇ ਕਹਿ ਰਹੀ ਸੀ, ਪੁੱਤ ਕਰਮਿਆ, ਵਹੁਟੀ ਘਰ ਸਾਂਭਣ ਵਾਲੀ ਲੱਗਦੀ ਹੈ, ਜਿਹੜੀ ਆਉਂਦੀ ਚੌਂਕੇ 'ਚ ਆ ਜਿਹੜੀ ਹੈ। ਮੈਂ ਵੱਡੀ ਬੇਬੇ ਦੀਆਂ ਗੱਲਾਂ ਸੁਣ ਕੇ ਹੈਰਾਨ ਸਾਂ। ਬੀਬੀ ਨੂੰ ਤਾਂ ਬੁੱਟਰਾਂ ਵਾਲਾ ਗੁਲਜ਼ਾਰੀ ਆਪਣੀ ਵਹੁਟੀ ਦੱਸਦਾ ਹੁੰਦਾ ਸੀ। ਉਹ ਤਾਂ ਕੱਲ੍ਹ ਹੀ ਘਰੋਂ ਸਾਨੂੰ ਇਹ ਕਹਿ ਕੇ ਤੁਰਿਆ ਸੀ ਕਿ ਮੱਸਿਆ ਨਹਾਉਣ ਚੱਲੇ ਆ। ਡੂੰਘੀਆਂ ਤਰਕਾਲਾਂ ਵੇਲੇ ਉਸਨੇ ਇਸ ਘਰ ਦਾ ਆਣ ਬੂਹਾ ਖੜਕਾਇਆ ਸੀ। ਉਸ ਸਮੇਂ ਬੀਬੀ ਨੇ ਗੁੱਟ ਲਾਗਿਓ ਮੇਰਾ ਹੱਥ ਘੁੱਟ ਕੇ ਫੜਿਆ ਹੋਇਆ ਸੀ। ਓਪਰੀ ਜਗ੍ਹਾ ਵੇਖ ਬੀਬੀ ਸਹਿਮੀ ਜਿਹੀ ਲੱਗਦੀ ਸੀ, ਅਤੇ ਵੱਡੀ ਬੇਬੇ ਨੂੰ ਵਿਹੜੇ 'ਚ ਆਈ ਵੇਖ ਬੀਬੀ ਨੇ ਕੁਝ ਹੌਸਲਾ ਫੜਿਆ ਸੀ ਅਤੇ ਮੇਰੇ ਗੁੱਟ ਨੂੰ ਫੜੀ ਉਹ ਬੇਬੇ ਵੱਲ ਨੂੰ ਸਰਕ ਗਈ ਸੀ। ਗੁਲਜ਼ਾਰੀ ਦਾ ਘਰ ਥੋੜ੍ਹਾ ਮੈਨੂੰ ਅਜੇ ਵੀ ਚੇਤੇ ਹੈ। ਘਰ ਕਾਹਦਾ, ਪਿੰਡੋਂ ਬਾਹਰ ਬੱਕਰੀਆਂ ਦਾ ਵਾੜਾ ਸੀ। ਗੁਲਜ਼ਾਰੀ ਵੈਲੀ ਜੀ ਕਿਸਮ ਦਾ ਬੰਦਾ ਸੀ। ਉਹਦੇ ਵੈਲੀ ਯਾਰ ਵੀ ਉਸੇ ਘਰ ਬੜੇ ਰਹਿੰਦੇ, ਦਾਰੂ ਪੀਂਦੇ ਅਤੇ ਬੁਲਬੁਲੀਆਂ ਮਾਰਦੇ। ਗੁਲਜ਼ਾਰੀ ਕਈ ਵਾਰੀ ਉਹਨਾਂ ਨੂੰ ਘਰੇ ਛੱਡ ਮੈਨੂੰ ਚੁੱਕ ਕੇ ਰੋਈ ਵੱਲ ਨਿਕਲ ਜਾਂਦਾ।
मैं सुक्की रोई के कंढे ते रोड़ां वाली जमीन ते निठ के बैठे गुलजारी वल वेखदा। रूह के फंबियां वर्गे हवा चुटदे माई बुढ़ी के झाटे वो पोटा पोटा वधी बेटप्पी जी दाड़ी च फसे विखाई दिंदे। वो अखां मीच मीच के जदों मेरे वल झाकदा तां मैनूं उस तों खौफ जिहा आउंदा सी। घर मुड़दे तां बीबी लोहे लाखी होई मुद्दे मूँह पई हुंदी। गुलजारी च उसनूं बुलाउण दी हिम्मत नहीं सी हुंदी। बेशक बीबी जबानों कुछ नहीं सी बोलती, पर वो गुसैल चेहरे नूं चंगी तरह समझदा सी ते उस तों भै भी खांदा सी। मैं सोचदा कि जदों भी ओपरे बंदिਆਂ ਨੂੰ ਇਕੱਲੇ घरे छड्ड मैनूं रोई वल लैके जांदा है तां बीबी उदों ही गुस्से की हालत च इन्नी हुंदी आ क्यों हुंदी आ। भई उस रात तां हद ही हो गई जदों ये ते दो जने होर गई रात दी कवाड़े च बैठे दारू पींदे रहे सन। गुलजारी दब्बे पैरी अंदर आया तो मैनू सुत्ते पे नूं बीबी लागे चुकन लग्या सी। मैं उच्ची उच्ची डाटा मारन लग्या। गुलजारी ने मेरी गिच्ची च जोर दी एक छट्टी सी। उसने अपने उपरले खेस के झुंगल माटे च मैनू लिया तो कोठे की छत पर जाके बह गया। रात के हनेरे च मैं उसकी बुक्कल च वड़िया। डर ते खौफ का मारिया खुसकदा तक नहीं सी। अंदरों गुत्थम गुत्था होण दीआं आवाज़ां आउण लगियां। कोई बीबी नाल हत्थों पाई हो रहा सी। वो चीकण की कोशिश कर रही सी। गुलजारी, वो गुलजारी, कोठे के हेठों कोई दब्बवी जी आवाज़ मारता है। गुलजारी बनेरे तो दी थोड़ी धौण अगे करके हौली जी कहंदा है, हेठां आ छेती। गूंगी दंदियां वड्डदी है अगे। वो मैनू कोठे की छत ते बिठा के हेठां जा उतरिया सी। मैं आसे पासे झाक रहा सां। अंबरां च चंद दा किते नामो निशान भी नहीं सी। काली ते हनेरी रात हाथ नूं हाथ नहीं सी दीदा। मैं सहमिया होया हेठां नूं वेखण लग्या सां। कुछ नहीं सी दिसदा हेठां भी। फिर बुड़बुड़ करते दो जने कमरे अंदरों बाहर निकल आंदा मैनू झौला जा पिया ते पिछे पिछे गुलजारी भी। हनेरे च परछावें जे सरकदे झट ही किधरे लोप हो गए सन। थोड़ी शांति हुई तां पैर घसीटदी बीबी कमरे अंदरों बाहर निकली ते डंडियां ते पैर धरदी बनेरे तक आला नपड़ी सी। अपने गढ़ पए कमीज़ की बांह नाल उसने अखां विचले पानी नूं साफ किया ते अपने आसरे नाल एक एक डंडा उतारती मैनू कोठे अंदर लै गई सी। मैनू चेते है कि वह रात भर बुसकदी रही सी ते लागे पए नूं मैनू भी चज नाल नींद नहीं सी आई। रात दे पए रौले गोले की कंसो पता नहीं किंज पिंड च पहुँच गई सी। परे च खलोती नूं ताई भजन कौर ने फिट तो करदियां घूरिया सी कि कंजरा बेज़बान तीवी नूं भेड़ बकरी समझ रखिया सी। जानवर ते भी लोकी रहम करते हैं। तारो दे पिंडे ते वजे करूण मैं आप अंदर जाके वेख के आई हाँ जिवें किते हल्के कुत्तियां ने नोचिया हुंदा है उहनूं। जे तीवी दी इज्जत दा भाईवाल नहीं तां कानूं घर रखिया ही कर्मा मारी नूं। जाण दे किते आपे मंग तंग के गुजारा कर लैणगे मां पुत। जुड़ी भीर ने भी झिड़किया सी ते ताड़ना भी कीती सी कि जां तां किसी लोड़वंद इज्जत वाले दे घर छड्ड के आ इन्हां नूं, नहीं तां किसी मंदिर गुरुद्वारे असीं आप छड्ड के आईए। गुलजारी इस वे सचमुच डर गया सी। लोड़वंद उसकी नज़र विच सी जिन्हां नूं साई उसने पहलां ही लाई हुई सी। 2 दिन बाद ही सानूं घरों लैके तुरिया सी ते इस घर दा उहने आण बूहा खड़काया सी। हमेशा काम च रुझी रहण वाली बीबी ने वड्डी बेबे का मन जित लिया सी। वो थां थां तो करूप होए विहड़े नूं संवारदी, चंड चंड के अंदर बाहर बोकर दिंदी। चौंके दे ओटे ते बड़ियां मोर घुग्गियां उहदे हत्थां दी छूह नाल मुड़ चह उठियां सन। बीबी का कणक वन्ना रंग नवें घर जाके चह उठिया सी। पापा आनी बहानी बीबी के लागे बहन की कोशिश करता। मैं कई बार वेखदा कि बीबी भापे नूं इशारियां नाल कुछ समझाउण दा यतन कर रही है ते पापा न्याणिਆਂ वांग डौर पौर होया उहदे मूँह वल झाकी जांदा है। मैं कदी वो अपनी वीणी नूं हत्थ लाउंदी है, कदी धौण उपर थल्ले करके समझाउण दा यतन करदी है। बीबी दे निक्के निक्के इशारिਆਂ नाल कीती गलबात भापे दे जेहन च ना पैंदी वेख मेरे कोलों रिहा ना गया ते मैं बोल पिया सां कि बीबी तां मेला वेखण जाण नूं कहंदी है। सुण के भापे दा चेहरा खिड़ उठिया सी जिवें कोई खास नुकता उहदे हत्थ लग गया होवे। दोवां दे निक्के निक्के हासे ठट्ठे ते बीबी वल्लों लुकवें जे इशारे च कीती गल जे भापे दी समझ च ना पैंदी तां मैनूं आवाज़ मार लैंदा। मैं गल समझण लई बीबी वल वेखदा तां उहदे चेहरे ते संग ते शर्म दी एक तह खुल जांदी। बीबी मिठी जी घूरी वट के मैनूं जाण दा इशारा करदी। पापा मैनूं खलो के दस्सण लई जोर पाउंदा। मैनूं हासा भी आउंदा ते मज़ा भी। बीबी कई बार जबानों बाहरी होण करके म्यूस हो जाती सी। खास करके ब्याह शादी के समय
ਜਦੋਂ ਹੋਰ ਔਰਤਾਂ ਰਲ ਕੇ ਘੋੜੀਆਂ ਸਵਾ ਗਾਉਂਦੀਆਂ ਤਾਂ ਕੰਧ ਨਾਲ ਢੋਹ ਲਾ ਕੇ ਬੈਠੀ ਬੀਬੀ ਬੋਲਦੀਆਂ ਔਰਤਾਂ ਦੇ ਚਿਹਰਿਆਂ ਵੱਲ ਵੇਂਦੀ ਰਹਿੰਦੀ ਸੀ। ਉਸ ਦੇ ਆਪਣੇ ਚਿਹਰੇ 'ਤੇ ਉਦਾਸੀ ਦੀ ਇੱਕ ਤਹਿ ਕੁੜੀ ਹੁੰਦੀ ਸੀ। ਮੈਂ ਚਾਹੁੰਦਾ ਸਾਂ ਕਿ ਬੀਬੀ ਬੈਠੀਆਂ ਜਨਾਨੀਆਂ ਨਾਲ ਰਲ ਕੇ ਕੁਝ ਨਾ ਕੁਝ ਬੋਲਣ ਦੀ ਕੋਸ਼ਿਸ਼ ਕਰੇ, ਸ਼ਾਇਦ ਇਹਦੀ ਜ਼ੁਬਾਨ ਚੱਲਣ ਲੱਗ ਜੇ, ਪਰ ਇੰਝ ਕਦੀ ਨਹੀਂ ਸੀ ਹੁੰਦਾ। ਹਰ ਵਾਰੀ ਮੇਰੇ ਪੱਲੇ ਨਿਰਾਸ਼ਤਾ ਪੈਂਦੀ ਸੀ ਅਤੇ ਬੀਬੀ ਦੇ ਨਾਲ ਨਾਲ ਮੇਰੇ 'ਤੇ ਵੀ ਉਦਾਸੀ ਦੀ ਇੱਕ ਪਰਤ ਜੰਮੀ ਰਹਿੰਦੀ ਸੀ। ਘਰ ਸਾਂਭਣ ਨੂੰ ਬੀਬੀ ਨੇ ਕੋਈ ਕਸਰ ਨਹੀਂ ਸੀ ਛੱਡੀ, ਪਰ ਉਸ ਦਿਨ ਮੰਗਣ ਆਈ ਤਾਬੋ ਮਰਾਸਣ ਨੇ ਬੀਬੀ ਨੂੰ ਪਛਾਣ ਲਿਆ ਸੀ ਅਤੇ ਉਸ ਦਿਨ ਤਰੇਲੀਓ ਤਰੇਲੀ ਹੋਈ ਬੀਬੀ ਦੇ ਨਵੇਂ ਰੂਪ ਦਾ ਪਤਾ ਚੱਲਿਆ ਸੀ। ਪਤਾ ਵੀ ਕਾਹਦਾ ਚੱਲਿਆ, ਘਰ ਵਿੱਚ ਹੇਠਲੀ ਵਿਤਲੀ ਹੋ ਗਈ ਸੀ। ਕਿਸੇ ਡਰਾਉਣੀ ਫਿਲਮ ਵਾਂਗ ਇੰਨੇ ਵਰ੍ਹੇ ਪਹਿਲਾਂ ਵਾਪਰੀ ਘਟਨਾ ਮੇਰਾ ਅੱਖਾਂ ਸਾਹਮਣੇ ਮੁੜ ਸਾਕਾਰ ਹੋਣ ਲੱਗਦੀ ਹੈ। ਸਿਖਰ ਦੁਪਹਿਰ ਲੱਗੀ ਸੀ ਉਦੋਂ, ਪਰਛਾਵੇਂ ਅਜੇ ਢਲੇ ਨਹੀਂ ਸੀ। ਵੱਡੀ ਬੇਬੇ ਬਾਹਰਲੇ ਦਰਵਾਜ਼ੇ ਅੰਦਰਵਾਰ ਬਣੀ ਡਿਉੜੀ ਹੇਠਾਂ ਮੰਜਾ ਢਾਹ ਕੇ ਬੈਠੀ ਸੀ। ਇੱਕ ਮੰਗਣ ਵਾਲੀ ਬੂਹੇ ਅੰਦਰ ਆ ਖਲੋਤੀ। ਬੇਬੇ ਨੇ ਮੰਜੀ 'ਤੇ ਬੈਠੀ ਬੈਠੀ ਨੇ ਪੈਰ ਹੇਠਾਂ ਲਮਕਾ ਕੇ ਫੱਟੀ ਉਹਦੇ ਵੱਲ ਸਰਕਾਉਂਦਿਆਂ ਉਹਨੂੰ ਬਹਿਣ ਦਾ ਇਸ਼ਾਰਾ ਕੀਤਾ ਸੀ ਅਤੇ ਨਾਲ ਹੀ ਬੀਬੀ ਨੂੰ ਪਾਣੀ ਪਿਲਾਉਣ ਦੀ ਆਵਾਜ਼ ਵੀ ਮਾਰ ਦਿੱਤੀ ਸੀ। ਬੀਬੀ ਨੂੰ ਗੜਵੀ ਵਿੱਚ ਪਾਣੀ ਲੈ ਕੇ ਆਈ ਵੇਖ ਮੰਗਣ ਵਾਲੀ ਮੂੰਹ ਅੱਗੇ ਚੱਪਾ ਧਰ ਥੋੜ੍ਹੀ ਕੁ ਅੱਗੇ ਨੂੰ ਝੁਕ ਗਈ ਸੀ। ਬੀਬੀ ਨੇ ਪਤਲੀ ਜੀ ਧਾਰ ਉਹਦੇ ਚੱਪੇ 'ਤੇ ਪਾਉਣੀ ਸ਼ੁਰੂ ਕੀਤੀ ਅਤੇ ਗੜਵੀ ਅੱਧਿਓਂ ਬਹੁਤੀ ਜਦੋਂ ਖਾਲੀ ਹੋ ਗਈ ਸੀ, ਮੰਗਣ ਵਾਲੀ ਨੇ ਉੱਪਰਲੇ ਲੀੜੇ ਨਾਲ ਮੂੰਹ ਪੂੰਝਿਆ ਅਤੇ ਹੌਲੀ ਜੀ ਬੋਲੀ, ਪ੍ਰਭਾਣੀ ਬੁੱਟਰਾਂ ਵਾਲੀ ਤਾਰੋ ਤੇਰੇ ਕੋਲ ਕਿੱਦਾਂ ਪਹੁੰਚ ਗਈ? ਬੇਬੇ ਦਾ ਹੱਥ ਥਾਵੇਂ ਰੁਕ ਗਿਆ ਅਤੇ ਹੌਲੀ ਜੀ ਬੋਲੀ, ਕੁੜੇ ਤਾਬੋ ਤੂੰ ਸਿਆਣਦੀ ਹੈ ਇਹਨੂੰ? ਪ੍ਰਭਾਣੀ ਤੇਰਾ ਬੱਚਾ ਜੀਵੇ, ਸਾਰੀ ਉਮਰ ਪਿੰਡੋਂ ਪਿੰਡ ਮੰਗਦਿਆਂ ਕੱਢੀ ਹੈ, ਇਹ ਇਕੱਲੇ ਇਕੱਲੇ ਜੀ ਨੂੰ ਪਛਾਣਦੀ ਹੈ। ਬੇਬੇ ਅੱਗੇ ਕੁਝ ਨਹੀਂ ਸੀ ਬੋਲੀ, ਗੁੰਮਸੁੰਮ ਵਹਿੰਦੀ ਰਹੀ ਸੀ। ਤਾਬੋ ਫਿਰ ਬੋਲੀ, ਉਂਝ ਚੰਗਾ ਕੀਤਾ ਪ੍ਰਭਾਣੀ, ਨਰਕ 'ਚੋਂ ਕੱਢੇ ਜੇ ਮਾਂ ਪੁੱਤ। ਚੁੱਪਚਾਪ ਬੈਠੀ ਬੇਬੇ 'ਚ ਮੰਗਣ ਵਾਲੀ ਕੋਲੋਂ ਕੁਝ ਹੋਰ ਜਾਣਨ ਦੀ ਜਿਗਿਆਸਾ ਉੱਠ ਖਲੋਤੀ ਸੀ। ਤਾਂ ਹੀ ਉਸਨੇ ਮੰਗਣ ਵਾਲੀ ਨੂੰ ਸਿਰ ਦੇ ਇਸ਼ਾਰੇ ਨਾਲ ਥੋੜ੍ਹਾ ਨੇੜੇ ਸਰਕਣ ਲਈ ਕਿਹਾ ਸੀ ਅਤੇ ਹੌਲੀ ਜੀ ਪੁੱਛਿਆ ਸੀ, ਕਦੋਂ ਕਦੀ ਸੀ ਬੱਕਰੀਆਂ ਵਾਲੇ ਦੇ ਘਰ? ਹਾਂ, ਮੁੰਡਾ ਕੁੱਛੜ ਸੀ ਇਹਦੇ, ਜਦੋਂ ਉਹਨੇ ਲਿਆਂਦੀ ਸੀ, ਮੰਗਣ ਵਾਲੀ ਨੇ ਦੱਸਿਆ। ਨਾ ਲਿਆਇਆ ਕਿੱਥੋਂ ਸੀ? ਬੇਬੇ ਹੋਰ ਜਾਣਨਾ ਚਾਹੁੰਦੀ ਸੀ। ਦਰਿਆਓਂ ਪਾਰ ਕੋਈ ਜਨਾਨੀ ਕਿਸੇ ਪੀਰ ਦੀ ਚੌਂਕੀ ਭਰਦੀ ਹੈ, ਬੁੱਟਰਾਂ ਵਾਲੇ ਦਾ ਵੀ ਆਉਣਾ ਜਾਣਾ ਸੀ ਉੱਥੇ, ਉਸੇ ਜਗ੍ਹਾ 'ਤੇ ਇਹ ਵੀ ਬੋਕਰ ਭਾਰੀ ਦੇ ਕੇ ਰੋਟੀ ਟੋਕ ਖਾ ਛੱਡਦੀ ਸੀ। ਇਹਦਾ ਕੋਈ ਹੋਰ ਲੱਗਾ ਪਿੱਛਾ? ਬੇਬੇ ਫਿਰ ਪੁੱਛਦੀ ਹੈ। ਮੰਗਣ ਵਾਲੀ ਹੋਰ ਕੁਝ ਦੱਸਣ ਹੀ ਲੱਗੀ ਸੀ ਜਦੋਂ ਬੀਬੀ ਨੇ 2 ਰੋਟੀਆਂ ਉੱਤੇ ਅਚਾਰ ਰੱਖ ਕੇ ਉਹਦੇ ਹੱਥ ਦੀ ਤਲੀ 'ਤੇ ਆਣ ਧਰੀਆਂ ਸਨ। ਉਹਨੇ ਬੀਬੀ ਵੱਲ ਵੇਖਦਿਆਂ ਕਿਹਾ, ਤੇਰਾ ਬੱਚਾ ਜੀਵੇ, ਪਾਣੀ ਵੀ 2 ਘੁੱਟ ਪਿਲਾ ਜਾ ਬੀਬੀ ਭੈਣ, ਤਬਸ਼ ਨਾਲ ਤਾਂ ਹਲਕ ਸੁੱਕੀ ਜਾਂਦਾ ਹੈ। ਇੱਥੇ ਡੇੜੀ ਛਾਵੇਂ ਬੈਠਿਆਂ ਫਿਰ ਵੀ ਥੋੜ੍ਹਾ ਚੈਨ ਹੈ। ਬਾਹਰ ਪਿੰਡੇ ਲੂੰਦੀ ਲੂ ਵਗਦੀ ਹੈ, ਨਿਰੀ ਅੱਗ, ਹਾੜ ਅੱਧਾ ਲੰਘ ਗਿਆ, ਉੱਪਰੋਂ ਕਿਤੇ ਛਿੱਟ ਨਹੀਂ ਕਿਰੀ ਐਤਕੀ। ਬੀਬੀ ਕਰਕੇ ਮੰਗਣ ਵਾਲੀ ਨੇ ਗੱਲਬਾਤ ਦਾ ਰੁਖ ਬਦਲਿਆ ਸੀ। ਬੀਬੀ ਪਾਣੀ ਪਿਲਾ ਕੇ ਮੁੜ ਅੰਦਰ ਜਾ ਵੜੀ। ਮੰਗਣ ਵਾਲੀ ਨੇ ਰੋਟੀ ਦੀ ਆਖਰੀ ਬੁਰਕੀ 'ਤੇ ਅਚਾਰ ਦੀ ਰਹਿੰਦੀ ਫਾੜੀ ਨੂੰ ਚੰਗੀ ਤਰ੍ਹਾਂ ਘਸਾ ਲਿਆ ਸੀ ਅਤੇ ਬੁਰਕੀ ਮੂੰਹ ਅੰਦਰ ਸੁੱਟ ਕੇ ਬਚਦਾ ਪਾਣੀ ਵੀ ਪੀ ਲਿਆ ਸੀ। ਮੰਗਣ ਵਾਲੀ ਨੇ ਲੜੀ ਦੇ ਟੁੱਟੇ ਤੰਦ ਨੂੰ ਮੁੜ ਗੰਢਦਿਆਂ ਗੱਲ ਸ਼ੁਰੂ ਕੀਤੀ, ਪ੍ਰਭਾਣੀ ਦਰਿਆ ਦੇ ਪੱਤਣ ਤੋਂ 5-6 ਕੋਹ ਚੜ੍ਹਦੇ ਪਾਸੇ ਪਿੰਡ ਹੈ ਕੋਈ ਅਵੱਲੇ ਜੇ ਨਾਂ ਵਾਲਾ, ਮੇਰੇ ਤੋਂ ਵੱਡੀ ਭੈਣ ਵਿਆਹੀ ਹੈ ਉੱਥੇ, ਅੱਧਿਓਂ ਬਹੁਤਾ ਪਿੰਡ ਮੁਸਲਮਾਨ ਰਾਈਆਂ ਦਾ ਸੀ। ਮੰਗਣ ਵਾਲੀ ਨੇ ਛੋਈ ਲੜੀ ਟੁੱਟਣ ਨਹੀਂ ਸੀ ਦੇ ਰਹੀ। ਰੱਬ ਜਾਣੇ ਕਿਹੜਾ ਕਿਹੜਾ ਰਾਜ ਛੁਪਿਆ ਸੀ ਉਹਦੇ ਅੰਦਰ, ਜਿਹਨੂੰ ਵੱਡੀ ਬੇਬੇ ਸੁਣਨਾ ਚਾਹੁੰਦੀ ਸੀ। ਮੰਗਣ ਵਾਲੀ ਕਹਿੰਦੀ, ਬੇਬੇ ਤੇਰੇ ਨੈਣ ਪ੍ਰਾਣ ਰਾਜ਼ੀ ਰਹਿਣ, ਮੇਰੀ ਕਈ ਗੱਲ ਕਿਤੇ 20 ਵਾਰੀ ਵੀ ਝੂਠ ਨਿਕਲੇ ਤਾਂ ਨੀਵੇਂ ਠਾਂ ਬਿਠਾ ਲਈ। ਨੌਂ ਤੇਰੀ ਉਸੇ ਪਿੰਡ ਦੇ ਫੱਜੇ ਅਰਾਈ ਦੀ ਕੁੜੀ ਉਹ ਮੁਖਤਾਰਾਂ। ਕਹਿੰਦੀ ਮੰਗਣ ਵਾਲੀ ਚੁੱਪ ਹੋ ਗਈ ਸੀ ਅਤੇ ਧੌਣ ਉੱਠਣੇ ਹੇਠਾਂ ਸੁੱਟ ਲਏ ਸੀ। ਦੋਵੇਂ ਪਾਸੇ ਸੰਘਣੀ ਚੁੱਪ ਤਣ ਗਈ। ਮੱਠੀ ਮੱਠੀ ਵਗਦੀ ਪੱਛੋਂ ਦੀ ਹਵਾ ਵੀ ਕਦੋਂ ਦੀ ਰੁਕ ਗਈ ਸੀ, ਕਿਤੇ ਪੱਤਾ ਨਹੀਂ ਸੀ ਹਿਲਦਾ ਵਿਖਾਈ ਦਿੰਦਾ। ਉਹਨਾਂ ਵੱਡੇ ਰੌਲਿਆਂ 'ਚ ਇਹਦੇ ਅਗਲੇ ਪਿਛਲੇ ਮਾਰੇ ਖੱਪ ਗਏ ਹੋਣੇ ਆ। ਵੱਡੀ ਬੇਬੇ ਨੇ ਚੁੱਪ ਤੋੜੀ ਸੀ। ਪ੍ਰਭਾਣੀ ਬੜੇ ਅਲੋਕਾਰ ਕੰਮ ਹੋਏ ਉਹਨਾਂ ਦਿਨਾਂ 'ਚ। ਧਰਤੀ 'ਤੇ ਲਕੀਰ ਵੱਜ ਗਈ, ਜਾਨਾਂ ਬਚਾਉਂਦੇ ਲੋਕ ਨੱਠ ਭੱਜ ਗਏ, ਅਫਰਾ ਤਫਰੀ ਮੱਚ ਗਈ ਚਾਰੇ ਪਾਸੇ। ਚੁੱਲ੍ਹਿਆਂ 'ਤੇ ਸਬਜ਼ੀਆਂ ਰਿੱਝੀਆਂ ਰਹਿ ਗਈਆਂ ਅਤੇ ਚੰਗੇਰਾਂ 'ਚ ਰੋਟੀਆਂ ਕੁੱਤਿਆਂ ਬਿੱਲਿਆਂ ਦੇ ਖਾਣ ਗੁਜ਼ਰੀਆਂ। ਲੋਕ ਖੁੱਲ੍ਹੇ ਬੂਹੇ ਛੱਡ ਜੀਆ ਜੰਤ ਨੂੰ ਆਵਾਜ਼ਾਂ ਮਾਰਦੇ ਭੱਜ ਉੱਠੇ ਜਿੱਧਰ ਕਿਸੇ ਦਾ ਮੂੰਹ ਹੋਇਆ। ਇਹਦੀ ਮਾਂ ਕਿਤੇ ਥੋੜ੍ਹੇ ਦਿਨ ਪਹਿਲਾਂ ਕੋਠੇ ਨੂੰ ਮਿੱਟੀ ਲਾਉਂਦੀ ਪੌੜੀ ਤੋਂ ਤਿਲਕ ਕੇ ਹੇਠਾਂ ਆਣ ਪਈ ਸੀ। ਡਿੱਗਦੀ ਦਾ ਚੂੜਾ ਟੁੱਟ ਗਿਆ, ਉਹ ਮੰਜੇ 'ਤੇ ਪਈ ਸੀ। ਮਾਂ ਵੱਡੀਏ, ਤੇਰੀਆਂ ਵੀ ਤਾਂ ਅੱਖਾਂ ਸਾਹਮਣੇ ਹੋਇਆ ਸਭ ਕੁਝ। ਮਾਵਾਂ ਪੁੱਤ ਨਹੀਂ ਸੰਭਾਲੇ ਉਹਨਾਂ ਦਿਨਾਂ 'ਚ। ਉਹਨੂੰ ਮੰਜੇ 'ਤੇ ਪਈ ਨੂੰ ਕੌਣ ਪੁੱਛਦਾ?
ਟੱਬਰ ਸਾਰਾ ਰਾਤ ਦੇ ਹਨੇਰੇ 'ਚ ਨੱਠ ਭੱਜ ਗਿਆ ਤੇ ਮਾਂ ਇਹਦੀ ਇਕੱਲੀ ਪਈ ਰਹੀ ਅੰਦਰਲੀ ਕੋਠੜੀ 'ਚ। ਜਦੋਂ ਕਿਤੇ ਪਿੰਡੋਂ ਬਾਹਰ ਟੱਬਰ ਦੇ ਜੀ ਇਕੱਠੇ ਹੋ ਕੇ ਤੁਰਨ ਲੱਗੇ ਤਾਂ ਇਹਨੇ ਵੇਖਿਆ ਵਿੱਚ ਮਾਂ ਨਹੀਂ ਹੈ। ਪਿਛਾਂਹ ਨੂੰ ਭੱਜ ਆਈ। ਘਰ ਆਈ ਨੂੰ ਮਾਂ ਨੇ ਝਿੜਕਿਆ, ਕੁੜੇ ਭੱਜ ਕੇ ਜਾ ਰਲ ਆਪਣੇ ਭੈਣ ਭਰਾਵਾਂ ਨਾਲ, ਰਹਿਣ ਦੇ ਮੈਨੂੰ, ਥੋੜ੍ਹਾ ਠੰਡ ਠੰਡੋਲਾ ਹੋਊ ਤੇ ਮੁੜ ਆਇਓ, ਘਰ ਕਿਤੇ ਭੱਜ ਨਹੀਂ ਚੱਲਿਆ, ਨਾਲੇ ਮੈਂ ਵੀ, ਜਾ ਨੱਠ ਜਾ ਮੇਰੀ ਬੀਬੀ ਧੀ। ਮੂੰਹੋਂ ਬੋਲਣ ਦੇ ਤੇ ਇਹਨੇ ਵਿਧ ਮਾਤਾ ਤੋਂ ਕਿਤੇ ਕਰਮ ਹੀ ਨਹੀਂ ਸੀ ਲਿਖਾਏ, ਪਰ ਢਿੱਡੋਂ ਮਾਂ ਨਾਲ ਇੰਨਾ ਮੋਹ ਕਿ ਉਹਦੀ ਮੰਜੀ ਦੇ ਸਰਾਣੇ ਪਾਵੇ ਫੜ ਭੋਏ 'ਤੇ ਬਹਿ ਗਈ। ਮਾਂ ਨੇ ਬੈਠੀ ਦੇ ਸਿਰ 'ਚ 2-4 ਵਾਰ ਪਟੋਖੀਆਂ ਵੀ ਮਾਰੀਆਂ ਤੇ ਝਿੜਕਿਆ ਝੰਬਿਆ ਵੀ, ਪਰ ਇਸ ਮਾਂ ਦੀ ਧੀ ਨੇ ਮਾਂ ਦੀ ਮੰਜੀ ਦੇ ਪਾਵਿਆਂ ਨੂੰ ਨਹੀਂ ਛੱਡਿਆ, ਉੱਥੇ ਹੀ ਪੈਰਾਂ ਪਾਟ ਬੈਠੀ ਬੁਸਕਦੀ ਰਹੀ ਸੀ। ਵੱਡੀ ਬੇਬੇ ਮੰਗਣ ਵਾਲੀ ਦੀ ਗੱਲ ਦਾ ਕੋਈ ਬਹੁਤਾ ਹੁੰਗਾਰਾ ਨਹੀਂ ਸੀ ਭਰ ਰਹੀ, ਬਸ ਅੱਖਾਂ ਚਮਕਦੀ ਸੀ ਕਦੀ ਕਦੀ। ਸ਼ਾਇਦ ਉਹ ਮੰਗਣ ਵਾਲੀ ਦਾ ਧਿਆਨ ਅਟਕਾਉਣਾ ਨਹੀਂ ਸੀ ਚਾਹੁੰਦੀ। ਮੰਗਣ ਵਾਲੀ ਵੀ ਵੱਡੀ ਬੇਬੇ ਦੇ ਕੰਨ ਰਸ ਦਾ ਧਿਆਨ ਰੱਖਦਿਆਂ ਕਿਸੇ ਅਮਰ ਕਥਾ ਵਾਂਗ ਸਾਰੀ ਗੱਲ ਬੇਰੋਕ ਦੱਸ ਰਹੀ ਸੀ। ਸਰਦਾਰਨੀਏ ਗੱਲ ਦੱਸਦਿਆਂ ਕਲੇਜਾ ਮੂੰਹ ਨੂੰ ਆਉਂਦਾ। ਲੁੱਟ ਮਾਰ ਤੇ ਵੱਢ ਟੁੱਕ ਕਰਨ ਵਾਲੇ ਇਹਨਾਂ ਦੇ ਘਰ ਵੀ ਆਣ ਵੜੇ। ਘਰ ਲੁੱਟੀ ਦਾ ਵੇਖ ਮਾਂ ਇਹਦੀ ਅੱਗਿਓਂ ਗਾਲ ਮੰਦਾ ਕਰਨ ਲੱਗੀ। ਕਿਸੇ ਨੇ ਗਾਂਹ ਹੋ ਕੇ ਘੋਟ ਆਪਣੇ ਨਾਲ ਹਮੇਸ਼ਾ ਲਈ ਚੁੱਪ ਕਰਵਾ ਦਿੱਤੀ। ਸਾਰੀ ਰਾਤ ਤਾਂਡਵ ਨਾਚ ਹੁੰਦਾ ਰਿਹਾ ਇਹਨਾਂ ਦੇ ਵਿਹੜੇ 'ਚ। ਇਹਦੀਆਂ ਚੀਕਾਂ ਪਿੰਡੋਂ ਦੂਜੇ ਪਾਸੇ ਸੁਣਾਈ ਦਿੰਦੀਆਂ ਸਨ। ਉਸ ਰਾਤ ਪਿੰਡ ਦੇ ਲੋਕ ਰੱਬ ਜਾਣੇ ਜਾਗਦੇ ਹੀ ਸੌਂਗੇ ਸਨ, ਜਾਂ ਫਿਰ ਉਹਨਾਂ ਦੇ ਕੰਨਾਂ 'ਚ ਕਿਤੇ ਸਿੱਕਾ ਢਾਲ ਕੇ ਭਰ ਦਿੱਤਾ ਸੀ। ਲੋ ਲੱਗਦੀ ਨੂੰ ਚਰਨੋਂ ਨੈਣ ਨੇ ਆਪਣੇ ਬਨੇਰੇ ਤੋਂ ਦੀ ਇਹਨਾਂ ਦੇ ਵਿਹੜੇ 'ਚ ਝਾਤੀ ਮਾਰ ਕੇ ਵੇਖਿਆ ਸੀ। ਇਹਨੂੰ ਮੰਜੀ ਦੀਆਂ ਹੀਆਂ ਨਾਲ ਇਹ ਇਕੱਲੇ ਹੱਥ ਤੇ ਪੈਰ ਨੂੰ ਜਕੜ ਕੇ ਬੰਨ੍ਹਿਆ ਹੋਇਆ ਸੀ ਤੇ ਸਰੀਰ ਦਾ ਨਗੇਜ ਕੱਜਣ ਲਈ ਕਿਤੇ ਚੱਪਾ ਭਰ ਵੀ ਕੱਪੜਾ ਨਹੀਂ ਸੀ ਰਹਿਣ ਦਿੱਤਾ ਚੰਡਾਲਾਂ ਨੇ। ਸੁਣ ਕੇ ਵੱਡੀ ਬੇਬੇ ਹੱਕੀ ਬੱਕੀ ਰਹਿ ਗਈ ਸੀ। ਉਹਦਾ ਮੱਥਾ ਤ੍ਰੇੜੀ ਹੋ ਗਿਆ ਸੀ। ਮੰਗਣ ਵਾਲੀ ਤਾਬੋ ਕੋਲ ਗੱਲ ਕਰਨ ਦਾ ਤਰੀਕਾ ਵੀ ਹੈ ਤੇ ਸਲੀਕਾ ਵੀ। ਉਹ ਬੈਠੀ ਵੱਡੀ ਬੇਬੇ ਦੇ ਗੋਡੇ ਕੁੱਟਣ ਲੱਗਦੀ ਹੈ ਤੇ ਗੱਲ ਤੇ ਅਸੀਸਾਂ ਵੀ ਦਿੰਦੀ ਹੈ। ਬੇਸ਼ੱਕ ਵੱਡੀ ਬੇਬੇ ਦਾ ਮਨ ਉਹਦੀਆਂ ਗੱਲਾਂ ਤੋਂ ਭਰ ਗਿਆ ਲੱਗਦਾ ਸੀ, ਪਰ ਤਾਬੋ ਦੀ ਹਾਲੇ ਵੀ ਤਸੱਲੀ ਨਹੀਂ ਸੀ ਹੋਈ ਲੱਗਦੀ। ਉਹਨੇ ਆਪਣੇ ਅੰਦਰ ਛੁਪਾ ਕੇ ਰੱਖਿਆ ਅੰਤਲਾ ਫਾਇਰ ਹਾਲੇ ਦਾਗਣਾ ਸੀ। ਮੰਗਣ ਵਾਲੀ ਬੇਬੇ ਦੇ ਕੰਨ ਲਾ ਕੇ ਮੂੰਹ ਕਰਕੇ ਅੰਤਲੀ ਗੱਲ ਕਹਿੰਦੀ ਹੈ, ਪ੍ਰਭਾਣੀ ਉਸ ਰਾਤ ਹਰ ਉਮਰ ਦੇ ਵਹਿਸ਼ੀ ਨੇ ਤਾਰੋ ਦੇ ਹੱਥ ਪੈਰ ਬੰਨ੍ਹ ਕੇ ਇਹਦੀ ਪੱਤ ਰੋੜੀ ਸੀ। ਉਸੇ ਰਾਤ ਦੇ ਹੱਲੇ ਗੁੱਲੇ 'ਚ ਤੇਰੇ ਕੋਲ ਬੈਠਾ ਮੁੰਡਾ ਇਹਦੀ ਕੁੱਖੇ ਆਣ ਪਿਆ ਸੀ, ਜਿਸ ਨੂੰ ਇਸਨੇ ਅੱਲੜ ਉਮਰੇ ਡੇਰੇ 'ਚ ਰਹਿੰਦਿਆਂ ਜਨਮ ਦਿੱਤਾ ਸੀ। ਇਹ ਸੁਣ ਕੇ ਬਿਜਲੀ ਦੇ ਕਰੰਟ ਵਰਗਾ ਝਟਕਾ ਲੱਗਿਆ ਸੀ ਮੈਨੂੰ ਵੀ, ਤੇ ਉਸੇ ਝਟਕੇ ਦਾ ਮਾਰਿਆ ਮੈਂ ਅੱਜ ਤੱਕ ਆਪਣੇ ਆਪ ਦਾ ਸਾਹਮਣਾ ਨਹੀਂ ਕਰ ਪਾਉਂਦਾ। ਸ਼ਰਮ ਜੀ ਆਉਂਦੀ ਹੈ ਆਪਣੇ ਆਪ ਤੋਂ ਵੀ। ਮੈਂ ਜਦੋਂ ਵੀ ਬੀਬੀ ਨੂੰ ਵੇਖਦਾ ਹਾਂ ਤਾਂ ਇਉਂ ਲੱਗਦਾ ਜਿਵੇਂ ਹਜ਼ਾਰਾਂ ਕੀੜੇ ਕੁਰਬਲ ਕਰਦੇ ਉਹਦੇ ਸਰੀਰ 'ਤੇ ਰੀਂਗਦੇ ਹੋਣ, ਅਤੇ ਮੇਰੇ ਵਹਿੰਦਿਆਂ ਸਾਰ ਉਹ ਸਾਰੇ ਮੇਰੇ ਇਰਦ ਗਿਰਦ ਇਕੱਠੇ ਹੋ ਕੇ ਮੇਰੇ ਅੰਦਰ ਜਜ਼ਬ ਹੋ ਜਾਂਦੇ ਹੋਣ। ਇਹਨਾਂ ਉਲਝਣਾਂ 'ਚ ਉਲਝਿਆ ਮੈਂ ਪਤਾ ਨਹੀਂ ਕਦੋਂ ਦਾ ਪੈਰ ਘਸੀਟਦਾ ਬੀਬੀ ਦੇ ਸਰਾਣੇ ਆਣ ਖਲੋਤਾ ਸਾਂ। ਬੀਬੀ ਦਾ ਚਿੱਬਾ ਹੋ ਗਿਆ ਮੂੰਹ ਮੇਰੇ ਸਾਹਮਣੇ ਹੈ, ਅਤੇ ਨਾਲ ਹੀ ਉਸ ਦਿਨ ਬੀਬੀ ਦੇ ਧੜਮ ਕਰਕੇ ਮੂਧੜੇ ਮੂੰਹ ਡਿੱਗਣ ਅਤੇ ਉਹਦਾ ਪਾਸੇ ਮਾਰੇ ਜਾਣ ਦੀ ਨਿੱਕੀ ਗੱਲ ਮੇਰੇ ਅੱਗਿਓਂ ਦੀ ਗੁਜ਼ਰਦੀ ਹੈ। ਮੈਨੂੰ ਕਦੀ ਆਪਣੇ ਆਪ 'ਤੇ ਵੀ ਖਿਝ ਆਉਂਦੀ ਹੈ ਕਿ ਐਵੇਂ ਕਾਲਾ ਪੈ ਗਿਆ ਸਾਂ ਮੈਂ ਵੀ। ਬੀਬੀ ਦਾ ਭਰਮ ਬਣਿਆ ਰਹਿੰਦਾ, ਜਿਹੜੀ ਸਾਰੀ ਉਮਰ ਇਹ ਸਮਝਦੀ ਰਹੀ ਸੀ ਕਿ ਮੈਨੂੰ ਆਪਣੀ ਹੋਂਦ ਬਾਰੇ ਪਤਾ ਨਹੀਂ ਹੈ, ਅਤੇ ਨਾ ਹੀ ਉਸ ਨੇ ਕਦੀ ਇਸ ਬਾਰੇ ਭਿਣਕ ਬਾਹਰ ਕੱਢੀ ਸੀ। ਉਸ ਦਿਨ ਮੇਰੇ ਅੰਦਰਲੇ ਖੌਰੂ ਪਾਉਂਦੇ ਖਿਆਲਾਂ ਦਾ ਯੁੱਧ ਸਿਖਰ 'ਤੇ ਸੀ, ਅਤੇ ਮੇਰੇ ਕੋਲੋਂ ਰਿਹਾ ਨਹੀਂ ਸੀ ਗਿਆ। ਪਤਾ ਨਹੀਂ ਕਿੰਝ ਨਾ ਚਾਹੁੰਦਿਆਂ ਹੋਇਆਂ ਵੀ ਮੈਥੋਂ ਕਹਿ ਹੋਇਆ ਸੀ ਕਿ ਮਾਂ ਮੇਰੀਏ, ਤੇਰੇ ਨਾਲ ਧੱਕਾ ਨਾ ਪਾਪੀਆਂ ਨੇ ਕੀਤਾ ਸੀ, ਸਜ਼ਾ ਮੈਂ ਭੋਗੀ ਹੈ ਉਮਰ ਭਰ। ਜਦੋਂ ਕਦੀ ਬੈਠੀਆਂ ਜਨਾਨੀਆਂ ਤਾਰੋ ਪਿੱਛੋਂ ਲੈ ਕੇ ਆਈ ਆ ਇਹਨੂੰ ਵਰਗਾ ਮਿਹਣਾ ਮਾਰਦੀਆਂ ਸਨ ਤਾਂ ਨੱਕ ਡੋਬ ਕੇ ਮਰ ਜਾਣ ਨੂੰ ਚਿੱਤ ਕਰਦਾ ਹੁੰਦਾ ਸੀ ਮੇਰਾ। ਮੈਂ ਇੱਕ ਟੱਕ ਬੀਬੀ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਵੇਖ ਰਿਹਾ ਸਾਂ, ਅਤੇ ਉਹ ਹੈਰਾਨ ਹੋਈ ਮੇਰੇ ਵੱਲ ਝਾਕ ਰਹੀ ਸੀ। ਮੈਂ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, ਬੀਬੀਏ ਤੂੰ ਚੰਗਾ ਨਹੀਂ ਕੀਤਾ ਮੇਰੇ ਨਾਲ। ਉਹਨਾਂ ਵਹਿਸ਼ੀ ਦਰਿੰਦਿਆਂ ਦੇ ਪਾਪ ਨੂੰ ਕਿਤੇ ਜੰਮਦਿਆਂ ਸਾਰੀ ਉਸੇ ਦਰਿਆ ਦੇ ਡੂੰਘੇ ਖਤਾਨਾਂ 'ਚ ਦੱਬ ਦੇਣਾ ਸੀ ਜਿਹਦੇ ਕੰਢੇ ਤੋਂ ਮੈਨੂੰ ਜਨਮ ਦਿੱਤਾ ਸੀ। ਅਤੇ ਹੋਰ ਪਤਾ ਨਹੀਂ ਕੀ ਬੋਲ ਗਿਆ ਸਾਂ, ਜਿਹਨੂੰ ਸੁਣ ਕੇ ਬੀਬੀ ਗੁੰਮਸੁੰਮ ਹੋ ਗਈ ਸੀ, ਅਤੇ ਮੇਰੇ ਤੋਂ ਅੱਖਾਂ ਫੇਰ ਲਈਆਂ ਸਨ, ਅਤੇ ਮੇਰੇ ਵਹਿੰਦਿਆਂ ਧੜਮ ਕਰਕੇ ਮੂਧੜੇ ਮੂੰਹ ਜਾ ਡਿੱਗੀ ਸੀ। ਮੈਂ 2 ਪੈਰ ਅਗਾਂਹ ਹੋ ਕੇ ਬੀਬੀ ਦੇ ਡੂੰਘੀਆਂ ਝੁਰੜੀਆਂ ਵਾਲੇ ਚਿਹਰੇ ਨੂੰ ਨੀਝ ਲਾ ਕੇ ਵੇਖਦਾ। ਮੈਨੂੰ ਡਾਕਟਰ ਦੀ ਕਈ ਗੱਲ ਚੇਤੇ ਆਉਂਦੀ ਹੈ ਕਿ ਮਾਤਾ ਜੀ ਦੇ ਦਿਮਾਗ ਦੀ ਕਿਸੇ ਨਸ 'ਚ ਕਲੌਟ ਅਟਕ ਗਿਆ।
ਮੇਰਾ ਗੱਜ ਭਾਰਾ ਹੈ। ਮੈਨੂੰ ਇਉਂ ਲੱਗਦਾ ਹੈ ਜਿਵੇਂ ਇਸ ਵਾਰ ਦਿਮਾਗ ਦੀ ਨਸ 'ਚ ਫਸੇ ਇਸ ਕਲੋਟ ਹੱਥੋਂ ਬੀਬੀ ਦੀ ਹਾਰ ਹੋ ਗਈ ਹੋਵੇ। ਅਤੇ ਇਸੇ ਅਧੇੜ ਬੁਣ 'ਚ ਪਤਾ ਨਹੀਂ ਕਦੋਂ ਬੀਬੀ ਦੇ ਪੈਰਾਂ ਵੱਲ ਬੈਠਿਆਂ ਮੇਰੀ ਅੱਖ ਲੱਗ ਗਈ ਸੀ, ਅਤੇ ਜਦੋਂ ਅੱਖ ਖੁੱਲ੍ਹੀ ਸੀ ਤਾਂ ਬਾਹਰ ਦਿਨ ਦੇ ਚੜ੍ਹਾਅ ਦੀ ਵਾਹਵਾ ਲੂ ਆਣ ਉਤਰੀ ਸੀ। ਸਾਜ ਹਾਂਜੀ ਭਾਜੀ ਆ ਜਾਓ। ਕੀ ਗੱਲ ਬੜਾ ਪਰੇਸ਼ਾਨ ਜਿਹਾ ਲੱਗ ਰਿਹਾ? ਪਰੇਸ਼ਾਨੀ ਭਾਜੀ ਪਰੇਸ਼ਾਨੀ ਤਾਂ ਹੈਗੀ ਆ, ਨਾ ਕੁਝ ਨਵਾਂ ਪੜਨ ਨੂੰ ਤੇ ਨਾ ਵੇਖਣ ਨੂੰ। ਬੰਦਾ ਕਿੰਨਾ ਕੁ ਚਿਰ ਆਪਣੇ ਆਪ ਨਾਲ ਗੱਲਾਂ ਕਰੀ ਜਾਵੇ। ਉਹ ਦਿਲ ਕੋ ਛੱਡੀ ਬੈਠਾ, ਤੈਨੂੰ ਨਵੇਂ ਜ਼ਮਾਨੇ ਦੀ ਨਵੀਂ ਚੀਜ਼ ਵਿਖਾਉਣਾ। ਨਵੀਂ ਚੀਜ਼? ਉਹ ਕਿਹੜੀ ਭਾਜੀ? ਕਹਾਣੀਆਂ ਤੇ ਕਵਿਤਾਵਾਂ ਦੇ ਲੇਖਕਾਂ ਨਾਲ ਮੁਲਾਕਾਤ, ਥੀਏਟਰ ਦੇ ਆਰਟਿਸਟਾਂ ਨਾਲ ਮੁਲਾਕਾਤ, ਡਾਇਰੈਕਟਰਾਂ ਨਾਲ ਮੁਲਾਕਾਤ, ਨਵੀਆਂ ਕਿਤਾਬਾਂ ਤੇ ਚਰਚਾ ਤੇ ਹੋਰ ਵੀ ਬਹੁਤ ਕੁਝ। ਜਦੋਂ ਚਾਹੋ ਜਿੱਥੇ ਚਾਹੋ। ਅੱਛਾ, ਇਹ ਕਿਦਾਂ ਭਾਜੀ? ਜਰਾ ਦੱਸੋ ਮੈਨੂੰ ਚੰਗੀ ਤਰ੍ਹਾਂ। ਆਪਣਾ YouTube ਚੈਨਲ ਖੋਲ ਤੇ ਟਾਈਪ ਕਰ ਦਸਤਾਵੇਜ਼ ਮੈਗਜ਼ੀਨ, DASTAVEZ ਮੈਗਜ਼ੀਨ। ਲਿਖਤਾ ਭਾਜੀ? ਇਹ ਤਾਂ ਕਮਾਲ ਹੀ ਹੋ ਗਈ ਭਾਜੀ। ਹੁਣ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦੇ ਤੇ ਬੈਲ ਦਾ ਆਈਕਨ ਵੀ ਦਬ ਦੇ। ਭਾਜੀ ਕਰਤਾ ਤੇ ਘੰਟੀ ਵੀ ਦੱਬਤੀ ਜੀ। ਸਾਹਿਤ ਦੇ ਖੇਤਰ ਵਿੱਚ ਨਵੀਂ ਪੁਲਾਂਘ, ਦਸਤਾਵੇਜ਼ ਮੈਗਜ਼ੀਨ। ਜੁੜੋ ਸਾਹਿਤ ਨਾਲ, ਜਦੋਂ ਮਰਜ਼ੀ ਜਿੱਥੇ ਮਰਜ਼ੀ। ਤੇਰਾ, ਮੇਰਾ ਤੇ ਸਾਡਾ ਸਭ ਦਾ ਦਸਤਾਵੇਜ਼ YouTube ਮੈਗਜ਼ੀਨ।